परम सम्मान जो गुरु प्यारे गुरु फतेह जी सांझ करी वाहिगुरू जी का खालसा वाहिगुरू जी की फतेह। ਖੁਸ਼ੀ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ ਵੈਸੇ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਕੁਝ ਚੋਣਵੇਂ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਜਿਹੜੇ ਸ਼ਬਦ ਡੂੰਘੇ ਅਰਥ ਭਾਵ ਰੱਖਦੇ ਹਨ ਜਾਂ ਜਿਨ੍ਹਾਂ ਦੇ ਸ਼ਬਦਾਰਥ ਔਖੇ ਹਨ, ਉਹਨਾਂ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਨਾਲ ਕਰੀਦੀ ਹੈ। ਅੱਜ ਦਾ ਸ਼ਬਦ ਭਗਤ ਕਬੀਰ ਜੀ ਦਾ ਹੈ। ਆਪ ਸਾਰੇ ਜਾਣਦੇ ਹੋ ਕਿ ਰਾਮਕਲੀ ਲਾਲ ਦੇ ਸ਼ਬਦਾਂ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਅੱਜ ਦਾ ਜੋ ਸ਼ਬਦ ਹੈ ਉਹ ਹੈ ਬੰਧਚ ਬੰਧਨ ਪਾਇਆ, ਮੁਕਤੈ ਮੁਕਤੈ ਗੁਰ ਅਨਲ ਬੁਝਾਇਆ, ਜਬ ਨਖ ਸਿੱਖ ਇਹ ਮਨ ਚੀਨਾ, ਤਬ ਅੰਤਰ ਮਦਨ ਕੀਨਾ। ਇਹ ਪਹਿਲਾ ਸ਼ਬਦਾਂਕ ਹੈ। ਇਹਦੀ ਵਿਚਾਰ ਕਰ ਰਹੇ ਹਨ ਗੁਰੂ ਗੁਰਦੇਵ ਸਿੰਘ ਜੀ ਜੰਮੂ ਤੋਂ। ਬੇਨਤੀ ਕਰਦਾ ਹਾਂ ਵੀਰ ਜੀ ਕਿਰਪਾ ਕਰੋ, ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਾਮ ਗੁਰੂ ਹੋਇ ਵੱਲ ਭਲੈ ਕਿਆ ਗਰਭ ਦੀਜੈ, ਜਾਮ ਗੁਰੂ ਹੋਇ ਵੱਲ ਲੱਖ ਮਾਹੇ ਕਿਆ ਕੀਜੈ, ਜਾਮ ਗੁਰੂ ਹੋਇ ਵੱਲ ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਹੋਇ ਵੱਲ ਸ਼ਬਦ ਸਾਖੀ ਸੋ ਸੱਚੈ ਕਰ, ਜੋ ਗੁਰੂ ਗੁਰੂ ਐਨਸ ਜਪੈ, ਦਾਸ ਭਟ ਮਿਹਨਤ ਕਰੈ, ਜੋ ਗੁਰੂ ਨਾਮ ਹਿਰਦਿ ਧਰੈ, ਸੋ ਜਨਮ ਮਰਨ ਦੋ ਤੇ ਰਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਲਾਵੈ, ਗੁਰ ਬਿਨ ਸੁਰਤ ਨ ਸਿਧ, ਗੁਰੂ ਬਿਨ ਮੁਕਤ ਨ ਪਾਵੈ, ਹਉ ਵਾਰ ਵਾਰ ਜਾਉ ਗੁਰ ਗੋਪਾਲ, ਮੋਹਿ ਨਿਰਗੁਣ ਤੁਮ ਪੂਰਨ ਦਾਤੇ, ਦੀਨਾ ਨਾਥ ਦਿਆਲ, ਜੀਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੈ ਤਿਹਾ ਹਉ ਕਰੀ ਬਖਿਆਨ। ਵਾਹਿਗੁਰੂ ਜੀ। ਰਾਮਕਲੀ ਘਰ ਦੂਜਾ, ਬਾਣੀ ਕਬੀਰ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਬੰਧਚ ਬੰਧਨ ਪਾਇਆ, ਮੁਕਤੈ ਗੁਰ ਅਨਲ ਬੁਝਾਇਆ, ਜਬ ਨਖ ਸਿੱਖ ਇਹ ਮਨ ਚੀਨਾ, ਤਬ ਅੰਤਰ ਮਜਨ ਕੀਨਾ। ਪਵਨ ਪਤ ਉਨ ਮਨ ਰੈਨ ਖਰਾ, ਨਹੀਂ ਮਿਰਤ ਨਾ ਜਨਮ ਜਰਾ, ਪਵਨ ਪਤ ਉਨ ਮਨ ਰੈਨ ਖਰਾ, ਨਹੀਂ ਮਿਰਤ ਨਾ ਜਨਮ ਜਰਾ ਰਹਾਉ। ਉਲਟੀ ਲੈ ਸਕਤ ਸਹਾਰਨ, ਪੈਸੀ ਲੈ ਗਗਨ ਮਜਾਰਨ, ਵਿਦਿਅਲੇ ਚੱਕਰ ਪੁਯੰਗਾ, ਪੇਟੀਅਲੇ ਰਾਏ ਨਿਸ
संगा चूकियले मोह में आसा सस्किनो सूर गिरसा जब कुंभक परपुर लीना तै बाजे अनहद बिना भक्त है बक शब्द सुनाया सुनता सुन मन बसाया कर करता उतरस पारंग कह कबीरा सारंग भक्त बक शब्द सुनाया सुन सुनता सुन मन बसाया कर करता उतरस पारंग कह कबीरा सारंग। शब्द गुरु ज़ायरा ज़हूर सर्व कला भरपूर जगत गुरु भगत वत्सल कृपा निधान वालिए कुल आलम सरवरे कायनात ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਰਪ੍ਰਸਤੀ ਕਬੂਲਦੇ ਹੋਏ ਹਰ ਰੋਜ਼ ਦੀ ਤਰ੍ਹਾਂ ਐਸਐਮਸੀ ਗੁਰਮਤ ਕਲਾਸ ਯੂਐਸਏ ਚ ਹਾਜ਼ਰੀ ਭਰ ਰਹੇ ਅਤ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਵਰਸਾਏ ਸਤਸੰਗੀ ਜਨੋ ਆਓ ਕੁਝ ਕੁ ਸਮਾਂ ਗੁਰੂ ਸ਼ਬਦ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਗੁਰ ਮਰਿਆਦਾ ਅਨੁਸਾਰ ਸਾਹਿਬੇ ਕਮਾਲ ਬਰਦੋ ਆਲਮ ਸ਼ਾਹ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਹ ਨਾਲ ਸਾਨ ਕਰੀਏ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਪਾਵਨ ਪਵਿੱਤਰ ਜੋ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਜਿਸ ਦਾ ਮੂਲ ਪਾਠ ਹੁਣੇ ਹੀ ਆਪ ਜੀ ਨਾਲ ਸਾਂਝਾ ਕੀਤਾ ਹੈ। ਰਾਮਕਲੀ ਕਰ ਦੂਜਾ ਬਾਣੀ ਕਬੀਰ ਜੀ ਕੀ ਸਰਲੇਖ ਹੇਠ ਭਗਤ ਕਬੀਰ ਜੀ ਵੱਲੋਂ ਬਖਸ਼ਿਸ਼ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 971 ਤੇ ਇਹ ਪਵਿੱਤਰ ਬੋਲ ਸੁਭਾਈਮਾਨ ਨੇ ਸੁਸ਼ੋਭਤ ਨੇ। ਸ਼ਬਦ ਦਾ ਆਗਾਜ਼ ਸੰਖੇਪ ਰੂਪ ਵਿੱਚ ਮੂਲ ਮੰਤਰ ਦੁਆਰਾ ਕੀਤਾ ਗਿਆ ਹੈ। ਆਓ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਦੀ ਵਿਚਾਰ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿਹੜਾ ਸਰਬ ਗੁਣਾਂ ਦਾ ਮੁਜੱਸਮ ਹੈ, ਸਰਬ ਗੁਣ ਸੰਪੰਨ ਹੈ, ਸਰਬ ਕਲਾ ਸਮਰੱਥ ਹੈ, ਸਾਰੀ ਜਗਤ ਦਾ ਰਚਤ ਕਰਤਾ ਇੱਕੋ ਇੱਕ ਵਾਹਿਦ ਹਸਤੀ ਹੈ ਜਿਸ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਵੀ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਉਸ ਦੀ ਪ੍ਰਾਪਤੀ ਦਾ ਜੋ ਸਰੋਤ ਜੋ ਵਸੀਲਾ ਹੈ ਉਹ ਸਤ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਐਸੇ ਗੁਣਾਂ ਦਾ ਮਾਲਕ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਿਲਦਾ ਹੈ। ਆਓ ਜੋ ਪਾਵਨ ਸ਼ਬਦ ਵਿਚਾਰ ਲਈ ਆਪ ਜੀ ਵੱਲੋਂ ਅਲਾਟ ਕੀਤਾ ਗਿਆ ਸੀ ਉਹਦਾ ਰਹਾਉ ਦੇ ਜੋ ਬੋਲ ਨੇ ਜੋ ਕੇਂਦਰੀ ਨੁਕਤੇ ਵਜੋਂ ਭਗਤ ਜੀ ਨੇ ਵਿਚਾਰ ਕੇਂਦਰਿਤ ਕੀਤੇ ਨੇ ਉਸ ਤੋਂ ਸ਼ਬਦ ਵਿਚਾਰ ਦਾ ਆਗਾਜ਼ ਕਰਦੇ ਹਾਂ। ਰਹਾਉ ਦੇ ਬੋਲ ਨੇ ਪਵਨ ਮਨ ਪਵਨ ਪਤ ਉਨ ਮਨ ਰਹਿਨ ਖਰਾ ਨਹੀਂ ਮਿਰਤ ਨਾ ਜਨਮ ਜਰਾ
ਭਗਤ ਜੀ ਸਮਝਾ ਰਹੇ ਨੇ, ਪਵਨ ਹੋ ਗਿਆ ਹਵਾ। ਇੱਥੇ ਪਵਨ ਸ਼ਬਦ ਹਵਾ ਵਰਗਾ ਜੋ ਚੰਚਲ ਮਨ ਹੈ ਉਹਦੇ ਲਈ ਆਇਆ, ਤੇ ਪਤ ਮਨ ਦਾ ਪਤੀ ਭਾਵ ਜੀਵ ਆਤਮਾ ਲਈ ਇਹ ਸ਼ਬਦ ਇੱਥੇ ਵਰਤਿਆ ਗਿਆ ਹੈ, ਪਵਨ ਪਤ। ਉਨਮਨ ਖਿੜਾਓ ਦੀ ਅਵਸਥਾ, ਪੂਰਨ ਖਿੜਾਓ ਦੀ ਅਵਸਥਾ ਜੋ ਹੈ ਉਨਮਨ ਵਿੱਚ ਇਹ ਪਵਨ ਸ਼ਬਦ ਜੋ ਦੋ ਵਰਤੇ ਗਏ ਨੇ, ਪਵਨ ਪਤ ਤੇ ਉਨਮਨ। ਬਈ ਪਵਨ ਪਤ ਬਈ ਜੋ ਜੀਵ ਆਤਮਾ ਹੈ, ਮਨ ਦਾ ਜੋ ਪਤੀ ਹੈ, ਜੀਵ ਆਤਮਾ ਹੈ। ਹੁਣ ਭਗਤ ਜੀ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਕਿ ਬਈ ਇਹ ਜਿਹੜਾ ਜੀਵ ਆਤਮਾ ਹੈ, ਇਸ ਦਾ ਪੂਰਨ ਖਿੜਾਓ ਵਿੱਚ ਟਿਕੇ ਰਹਿਣਾ ਆਤਮਾ ਦੀ ਸਭ ਤੋਂ ਸ੍ਰੇਸ਼ਟ ਅਵਸਥਾ ਹੈ। ਭਾਵ ਕਿ ਜੇ ਮਨੁੱਖ ਮਾਨੋ ਬਈ ਸੁਰਜੀਤ ਹੈ, ਜੇ ਮਨੁੱਖ ਨੇ ਜੀਵਨ ਦਾ ਲਕਸ਼ ਸਾਧ ਲਿਆ, ਜੇ ਮਨੁੱਖ ਰੱਬੀ ਰਹਿਮਤ ਪ੍ਰਾਪਤ ਕਰਕੇ ਪ੍ਰਭੂ ਪਰਮਾਤਮਾ ਦੀ ਜੋ ਦਿੱਤੀ ਜੀਵਨ ਜਾਚ ਉਸਨੇ ਸਿੱਖ ਲਈ ਹੈ, ਜਾਂ ਦੂਜੇ ਸ਼ਬਦਾਂ 'ਚ ਕਹਿ ਲਈਏ, ਜੇ ਜੀਵ ਪਰਮਾਰਥ ਦੇ ਰਾਹ ਦਾ ਪਾਂਧੀ ਬਣ ਚੁੱਕਾ ਹੈ, ਫਿਰ ਉਹ ਪੂਰਨ ਖੜਾਓ ਵਿੱਚ ਹੈ। ਹੁਣ ਭਗਤ ਜੀ ਬਖਸ਼ਿਸ਼ ਕਰਦੇ ਨੇ ਵੀ ਜੀਵ ਆਤਮਾ ਦਾ ਜੋ ਪੂਰਨ ਖੜਾਓ ਵਿੱਚ ਟਿਕੇ ਰਹਿਣਾ ਹੈ, ਇਹ ਆਤਮਾ ਦੀ ਸਭ ਤੋਂ ਸ੍ਰੇਸ਼ਟ ਅਵਸਥਾ ਹੈ। ਤੇ ਜਦੋਂ ਇਸ ਅਵਸਥਾ ਵਿੱਚ ਮਨੁੱਖ ਪਹੁੰਚਦਾ ਹੈ, ਫਿਰ ਜਨਮ ਮਰਨ ਤੇ ਜੋ ਬੜੇਪਾ ਹੈ ਇਹ ਪਹੁੰਚ ਨਹੀਂ ਸਕਦਾ। ਭਾਵ ਇਸ ਤੋਂ ਉੱਪਰ ਉੱਠ ਜਾਂਦਾ ਹੈ ਮਨੁੱਖ। ਜਮਨ ਮਰਨ ਉਸ ਨੂੰ ਪ੍ਰਭੂ ਪਰਮਾਤਮਾ ਦੀ ਰਜ਼ਾ ਭਾਣਾ ਨਜ਼ਰ ਆਉਂਦਾ ਹੈ, ਤੇ ਫਿਰ ਇਸ ਨੂੰ ਉਹ ਜੰਮਣ ਤੇ ਮਰਨਾ ਇੱਕ ਜੀਵਨ ਦੀ ਇੱਕ ਅੰਗ ਸਮਝਦਾ ਹੈ। ਇਹ ਜੀਵਨ ਸਵਾਰਦਿਆਂ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦਿਆਂ ਉਹ ਸਦੀਵੀ ਉਨਮਨ ਅਵਸਥਾ ਵਿੱਚ ਰਹਿੰਦਾ ਹੈ, ਖਿੜਾਓ ਵਿੱਚ ਰਹਿੰਦਾ ਹੈ। ਅਸਲ ਵਿੱਚ ਗੁਰੂ ਪਿਆਰ ਵਾਲਿਓ, ਸਰੀਰ ਜੋ ਹੈ ਇਹਦੇ ਅੰਦਰ ਜੋ ਮਨ ਹੈ, ਇੱਕ ਚਰਚਾ ਮਨ, ਜੋ ਮਨੁੱਖ ਨੂੰ ਸਦੀਵੀ ਮਾਇਆ ਦੇ ਚੁੰਗਲ 'ਚ ਫਸਾ ਕੇ ਵਿਕਾਰਾਂ ਦੀ ਗ੍ਰਿਫਤ ਵਿੱਚ ਲੈ ਜਾਂਦਾ ਹੈ। ਪਰ ਜੇ ਇਸ ਚੰਚਲ ਮਨ ਨੂੰ ਜੀਵਨ ਮਨੋਰਥ ਦੀ ਸਮਝ ਗੁਰੂ ਉਪਦੇਸ਼ ਦੁਆਰਾ ਆ ਜਾਏ, ਫਿਰ ਜੀਵਨ ਦੇ ਅੰਦਰ ਇੱਕ ਐਸੀ ਅਵਸਥਾ ਬਣਦੀ ਹੈ ਜਿਸ ਨੂੰ ਆਤਮਿਕ ਅਵਸਥਾ ਕਿਹਾ ਜਾਂਦਾ ਹੈ। ਤੇ ਇਸ ਆਤਮਿਕ ਅਵਸਥਾ ਨੂੰ ਸਹਿਜ ਅਵਸਥਾ ਵੀ ਕਿਹਾ ਜਾਂਦਾ ਹੈ। ਜਦੋਂ ਜੀਵ ਬਖਸ਼ਿਸ਼, ਮਾਲਿਕ ਪ੍ਰਭੂ ਦੀ ਬਖਸ਼ਿਸ਼ ਦੁਆਰਾ, ਰਹਿਮਤ ਦੁਆਰਾ ਇੱਕ ਐਸੀ ਅਵਸਥਾ ਦਾ ਧਾਰਨੀ ਬਣ ਜਾਂਦਾ ਹੈ ਜਿੱਥੇ ਸੰਜਮ, ਸਹਿਨਸ਼ੀਲਤਾ ਭਰਿਆ ਜੀਵਨ ਜੋ ਹੈ ਉਹ ਜੀਵਨ ਜਿਉਂਦਾ ਹੈ। ਹੁਣ ਇਹ ਜੇ ਜੀਵਨ ਮਨੋਰਥ ਦੀ ਸਮਝ ਗੁਰੂ ਉਪਦੇਸ਼ ਰਾਹੀਂ ਆ ਜਾਏ, ਫਿਰ ਉਸ ਅਵਸਥਾ ਵਿੱਚ ਮਨ ਹੀ ਮਨ ਦਾ ਰਾਜਾ ਬਣ ਕੇ ਫਿਰ ਗੁਰੂ ਉਪਦੇਸ਼ ਦਾ ਧਾਰਨੀ ਹੋ ਜਾਂਦਾ ਹੈ। ਤੇ ਫਿਰ ਇਹ ਵਿਕਾਰਾਂ ਦੀ ਜਿਹੜੀ ਫੌਜ ਹੈ, ਜਿਹੜੀ ਪੂਰਨ ਖਿੜਾਓ ਵਿੱਚ ਇਸ ਜੀਵ ਆਤਮਾ ਨੂੰ ਨਹੀਂ ਆਉਣ ਦਿੰਦੀ, ਉਹ ਜਿਹੜੀ ਪੂਰਨ ਖਿੜਾਓ ਤੋਂ ਮਹਿਰੂਮ ਕਰਨ ਵਾਲੇ ਵਿਕਾਰ ਨੇ, ਉਹਨਾਂ ਨਾਲ ਇਹ ਫਿਰ ਲੜਨ ਲਈ ਤਿਆਰ ਹੋ ਜਾਂਦਾ ਹੈ। ਇਹ ਜਿਹੜਾ ਜੀਵਨ ਦਾ ਨਿਸ਼ਾਨਾ ਜਿਹੜਾ ਸਰ ਕਰਨ ਲਈ ਤਿਆਰ ਹੋ ਜਾਂਦਾ ਹੈ। ਪਰ ਗੁਰੂ ਪਿਆਰ ਵਾਲਿਓ, ਜੋ ਇਸ ਅਵਸਥਾ ਦਾ ਧਾਰਨੀ ਬਣਨਾ ਹੈ, ਭਾਵ ਜੀਵ ਆਤਮਾ ਪੂਰਨ ਤੌਰ ਤੇ ਖਿੜਾਓ ਵਿੱਚ ਆ ਜਾਏ, ਇਹ ਕੋਈ ਸੌਖੀ ਖੇਡ ਨਹੀਂ ਹੈ। ਭਗਤ ਕਬੀਰ ਜੀ ਦਾ ਇੱਕ ਹੋਰ ਸ਼ਬਦ ਹੈ ਜਿਹਦੇ ਵਿੱਚ ਬੜੇ ਸੁੰਦਰ ਢੰਗ ਦੇ ਨਾਲ ਭਗਤ ਜੀ ਨੇ ਕੁਐਸਚਨ ਮਾਰਕ ਲਗਾ ਕੇ, ਇੱਕ ਪ੍ਰਸ਼ਨ ਚਿੰਨ੍ਹ ਲਗਾ ਕੇ ਇਹ ਬਖਸ਼ਿਸ਼ ਕੀਤੀ ਹੈ ਵੀ ਸਰੀਰ ਜਿਹੜਾ ਹੈ ਜਿਹਦਾ ਰਾਜਾ ਮਨ ਹੈ, ਕਿਉਂਕਿ ਮਨ ਜਿਹੜਾ ਹੈ ਜਿੰਨੀ ਦੇਰ ਵਾਸ ਵਿੱਚ ਨਹੀਂ ਹੈ, ਜਿੰਨੀ ਦੇਰ ਮਾਲਿਕ ਦੀ ਪੂਰਨ ਕਿਰਪਾ ਨਹੀਂ ਹੈ, ਉਨੀ ਦੇਰ ਮਨੁੱਖ ਜਿਹੜਾ ਹੈ ਉਹ ਫਿਰ ਮਾਨੋ ਪ੍ਰਭੂ ਪਰਮਾਤਮਾ ਨਾਲੋਂ ਵੀ ਸਿਖੜ ਲੈਂਦਾ ਹੈ। ਪਰ ਜੇ ਭਗਤ ਜੀ ਬਖਸ਼ਿਸ਼ ਕਰਦੇ ਨੇ ਕਿ ਬਈ ਇਹ ਜਿਹੜਾ ਮਨ ਹੈ, ਇਹ ਜਿਹੜਾ ਮਨ ਖਿੜਾਓ ਵਿੱਚ ਆ ਜਾਏ, ਇਹ ਬੜਾ ਮੁਸ਼ਕਿਲ ਕੰਮ ਹੈ, ਕਿਉਂਕਿ ਸਰੀਰ ਰੂਪੀ ਜੋ ਪੱਕਾ ਕਿਲਾ ਹੈ ਇਹ ਕਾਬੂ ਕਰਨਾ ਬੜਾ ਕਠਿਨ ਹੈ। ਕਿਉਂਕਿ ਇਹਦੇ ਆਲੇ ਦੁਆਲੇ ਦ્વੈਤ ਦੀ ਫਸੀਲ, ਦ્વੈਤ ਦੀ ਖਾਈ ਤੇ ਤੇਰੀ ਜਿਹੜੀ ਇਹਦੀ ਪ੍ਰੋਟੈਕਸ਼ਨ ਹੈ। ਜਿਵੇਂ ਲੰਕਾ ਸੋਨੇ ਦੀ ਸੀ ਤੇ ਉਹਦੇ ਆਲੇ ਦੁਆਲੇ
समुद्र दी खाई सी लंका सा कोट, समुद्र सी खाई तह रावण कर खबर ना पाई। तो भगत जी कहते भी क्या लीजै गढ़बंका भाई, दोवर कोट और तेवर खाई। भाई ये जड़ा पक्का किला है शरीर का, जिसनों सर करना ये जीवन का लक्ष्य है। भगत जी कहते भी इनू किवें काबू किया जाए, किवें इस ते जित की जाए, क्योंकि ये आले दुआले द्वैत दी दोहरी फसील है ते 3 गुणा दी तेरी खाई है। क्यों लीजै गढ़बंका भाई, दोवर कोट और तेवर खाई। इत्थे ही बस नहीं। भगत जी कहते भी इस दे आले दुआले बलवली जो माया है, उस दा आसरा लैके 5 कामादिक जड़े ने, 5 तत्त जड़े सांख मत अनुसार ने, ते मोह, हंकार, ईर्खा दी वलगन जड़ी है, फौज जड़ी है, वो फिर लड़न नूं तैयार हो जाती है। ये विकारां दा मुकाबला करती है। 5 25 मोह मद मत्सर अड्डी परमल माया, जन गरीब को जोर न पोचे, कहा करो रघुराया। भगत जी कहते मेरे मालिक, ये जड़ी गरीब है जन है, क्यों गरीब जन क्यों है? क्योंकि इसने जीवन का लक्ष्य नहीं समझिया। ये जन्म तो ही अपराधी दुनिया में चले गया। गोबिंद, हम ऐसे अपराधी जिन प्रभ जियो पिंड था दिया, तिनकी पाओ भगत नहीं साधी। जीवन का लक्ष्य समझिया नहीं, जिस करके ये 5 तत्त जड़े ने, 5 विकार जड़े ने, ते मैं कला मनुख अवर पंच, हम एक जना, क्यों राखें घर बार मना, मारें लूटें नीत नीत, किस आगे करी पुकार जना। इत्थे ही बस नहीं, इस गरीब दी पेश नहीं जाती, क्योंकि जड़ा शरीर रूपी किला बड़ा मजबूत है। ते फिर काम केवारी, दुख सुख दरवानी, पाप पुण्य दरवाजा, क्रोध प्रधान, महा बड़ दुंदर, ते मन मावासी राजा। किले का जड़ा मालिक है, वो बूहे का मालिक जड़ा है वो काम है, ते दुख सुख दे पहरेदार हैं, दुख सुख दरबानी, ते पाप ते पुण्य जड़े ने ये किले दे दरवाजे ने। ते सब तो वड्डी गल कि जड़ा सब तो लड़ाका है क्रोध, वो प्रधान है, प्रधानता क्रोध ही है। क्रोध प्रधान, महा बड़ दुंदर, ते मन मवासी राजा। ये मन जड़ा है फिर राजा बन के उत्थे बैठा है। इस तू जड़ी ये जड़े काम इन्हां दी जड़ी फौज है, इस तू बचना मुश्किल है। इत्थे ही बस नहीं। भगत जी कहते बई फिर इन्हें जड़े जीव दे चस्के ने, स्वाद सना, टोप, ममता को, कुबुद, कमान चढ़ाई, तिशना, तीर रहे कट भीतर, यूं गढ़ लियो लजाई। भगत जी बख्शिश करके समझा रहे ने कि भाई जड़ा स्वाद हो गया भी जीव दे चस्के, ये जड़े जीव दे चस्के ने बड़े सुंदर बोल ने श्लोक संस्कृति के अंदर पंचम गुरुदेव साहिब श्री गुरु अर्जन देव जी महाराज जी दे कि हे जेबे, हे रसगे, मधुर प्रिया तोयंग, सत हतंग परम बादंग, अवरत एथ सुधा चरण है। भई हे जीव, हे सब रसां दे जानन वाली, हे चस्कियां नाल सांझ पा रखन वाली, ते चस्कियां विच फसी होई मिठे पदार्थां नाल तैनू प्यार है, पर परमात्मा दे नाम सिमरन वल्लों तू मरी हुई है। हुण इत्थे भी भगत जी बख्शिश करके यही गल समझा रहे हैं कि भाई स्वाद सना टोप ममता को, कोई जीव दे चस्के ते ममता दा टोप पहनया होया प्रोटेक्शन वास्ते। टोप ममता को बुद्ध कमान चढ़ाई, ते जड़ी कमान है वो कबुद्ध दी है। जीव ने, जीव दे चस्के जड़े ने, उस मन राजे ने मानो स्नो पैनी, संजो पैनी है, ते फिर ममता दा टोप पाया है। इत्थे ही बस नहीं, ते
ਭੈੜੀ ਮੱਤ ਦੀ ਕਮਾਨ ਕਸੀ ਹੈ ਤੇ ਤ੍ਰਿਸ਼ਨਾ ਦਾ ਤੀਰ ਐਸਾ ਕਸਿਆ ਹੈ ਕਿ ਫਿਰ ਇਹ ਗੜ ਜਿਹੜਾ ਹੈ ਇਹ ਜਿੱਤਿਆ ਨਹੀਂ ਜਾ ਸਕਦਾ। ਬਖਸ਼ਿਸ਼ ਕਰਕੇ ਭਗਤ ਜੀ ਕਹਿੰਦੇ ਨੇ ਬਈ ਇੰਨੀ ਪ੍ਰੋਟੈਕਸ਼ਨ ਨਾਲ ਇਹ ਜਿਹੜਾ ਮਨ ਹੈ ਉਸ ਨੂੰ ਉਨਮਨ ਅਵਸਥਾ ਵਿੱਚ ਨਹੀਂ ਆਉਣ ਦਿੰਦਾ। ਜੀਵ ਆਤਮਾ ਖਿੜਾਓ ਵਿੱਚ ਨਹੀਂ ਆ ਸਕਦੀ, ਪਰ ਇਹਨਾਂ ਤੋਂ ਬਚਣ ਲਈ ਸਭ ਤੋਂ ਵੱਡਾ ਗੁਰੂ ਭਗਤ ਜੀ ਨੇ ਸਾਨੂੰ ਰਾਹ ਦੱਸਿਆ ਕਿ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਣ ਸਜੇ ਪਰ ਜਾਲੀ ਇੱਕ ਚੋਟ ਸਜਾਇਆ। ਜਦੋਂ ਪ੍ਰੇਮ ਦੀ ਖੇਡ ਖੇਡਣ ਦਾ ਵੱਲ ਆ ਜਾਏ, ਪ੍ਰੇਮ ਦਾ ਪਲੀਤਾ ਲਾਇਆ ਤੇ ਪ੍ਰਭੂ ਚਰਨਾਂ 'ਚ ਜੁੜੀ ਸੁਰਤ ਨੂੰ ਹਵਾਈ ਬਣਾਇਆ। ਜਿਵੇਂ ਹਵਾਈ ਨੂੰ ਜਦੋਂ ਅਸੀਂ ਅੱਗ ਲਗਾ ਕੇ ਸੁੱਟਦੇ ਹਾਂ ਬਹੁਤ ਉੱਚੀ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਜਦੋਂ ਸੁਰਤ ਨੂੰ ਹਵਾਈ ਬਣਾਇਆ ਤੇ ਗੁਰੂ ਬਖਸ਼ੇ ਗਿਆਨ ਦਾ ਗੋਲਾ ਚਲਾਇਆ, ਫਿਰ ਸਹਿਜ ਅਵਸਥਾ ਵਿੱਚ ਅਪੜ ਕੇ ਜਦੋਂ ਰੱਬੀ ਜੋਤ ਜਗਾਈ ਇੱਕੋ ਹੀ ਸੱਟ ਨਾਲ ਭਗਤ ਜੀ ਕਹਿੰਦੇ ਫਿਰ ਕਾਮਯਾਬੀ ਹੋ ਗਈ। ਬ੍ਰਹਮ ਅਗਨ ਸਜੇ ਪਰ ਜਾਲੀ ਇੱਕ ਚੋਟ ਸਜਾਇਆ। ਵੀ ਰੱਬੀ ਜੋਤ ਜਦੋਂ ਜਗ ਗਈ ਇੱਕੋ ਹੀ ਸੱਟ ਨਾਲ, ਕਿਉਂਕਿ ਜਿਹੜੇ ਮੈਂ ਹਥਿਆਰ ਵਰਤੇ ਨੇ ਇਹ ਤਾਂ ਕਿ ਮੇਰੀ ਜੀਵ ਆਤਮਾ ਪੂਰਨ ਖਿੜਾਓ ਵਿੱਚ ਆ ਜਾਏ। ਉਹ ਹਥਿਆਰ ਕਿਹੜੇ ਸਨ? ਸਤ ਸੰਤੋਖ ਲੈ ਲੜਨੇ ਲੱਗਾ ਤੋਰੇ ਦੋਏ ਦਰਵਾਜ਼ਾ। ਸਤ ਤੇ ਸੰਤੋਖ ਇਹ ਫੌਜ ਜਿਹੜੀ ਹੈ ਇਹਦੇ ਨਾਲ ਮੈਂ ਮੁਕਾਬਲਾ ਕੀਤਾ ਵਿਕਾਰਾਂ ਦਾ, ਤੇ ਦੋਏ ਜਿਹੜੇ ਦ્વੈਤ ਦੇ ਦਰਵਾਜ਼ੇ ਸਨ ਮੈਂ ਤੋੜ ਦਿੱਤੇ। ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜੇ ਗੜ ਕੋ ਰਾਜਾ। ਤੇ ਫਿਰ ਇਸ ਕਿਲੇ ਦਾ ਜਿਹੜਾ ਰਾਜਾ ਸੀ, ਜਿਹੜਾ ਪੇਸ਼ ਨਹੀਂ ਜਾਣ ਦਿੰਦਾ ਸੀ, ਜਿਸ ਨੇ ਸਾਰੀ ਜ਼ਿੰਦਗੀ ਜੀਵ ਆਤਮਾ ਨੂੰ ਰੱਬੀ ਰਹਿਮਤ ਤੋਂ ਮਹਿਰੂਮ ਕਰਕੇ ਪ੍ਰਭੂ ਨਾਲੋਂ ਵਿੱਥ ਜਿਹੜੀ ਹੈ ਸਿਖੇੜਨ ਲਈ ਮਜਬੂਰ ਕਰ ਦਿੱਤਾ ਸੀ। ਇਹ ਦੋ ਜਦੋਂ ਮੈਂ ਹਥਿਆਰ ਵਰਤੇ, ਸੱਤ ਦਾ ਸੰਤੋਖ ਦਾ, ਤੇ ਫਿਰ ਮੈਂ ਉਸ ਆਕੀ ਰਾਜੇ ਨੂੰ ਫੜ ਲਿਆ। ਆਖਰੀ ਜਿਹੜੀ ਇਸ ਬੋਲਾਂ ਵਿੱਚ ਭਗਤ ਜੀ ਬੜਾ ਸੁੰਦਰ ਨਕਸ਼ਾ ਕੀਤੇ ਨੇ। ਭਗਵਤ ਭੀਰ ਸਕਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ। ਦਾਸ ਕਮੀਰ ਚੜਿਓ ਗੜੇ ਉੱਪਰ ਰਾਜ ਲਿਓ ਅਬਨਾਸੀ। ਬਈ ਭਗਵਤ ਪੀੜ ਵੀ ਸਤਸੰਗਤ, ਬਈ ਸਤਸੰਗਤ ਦੇ ਸਿਮਰਨ ਦੇ ਬਲ ਨਾਲ ਮੈਂ ਕਾਲ ਦੀ ਜਿਹੜੀ ਆਤਮਿਕ ਮੌਤ ਦੀ ਫਾਈ, ਦੁਨੀਆ ਦੇ ਡਰਾਂ ਦਾ ਜੋ ਮੇਰੇ ਤੇ ਬਹੁਤ ਵੱਡਾ ਇੱਕ ਬੋਝ ਸੀ ਉਹ ਮੈਂ ਕੱਟ ਲਿਆ। ਤੇ ਫਿਰ ਹੁਣ ਦਾਸ ਕਬੀਰ ਉਸ ਕਿਲੇ ਦੇ ਉੱਪਰ ਚੜ ਬੈਠਾ ਹੈ ਤੇ ਸਰੀਰ ਨੂੰ ਵਸ ਕਰ ਚੁੱਕਿਆ। ਇਹ ਕਦੇ ਨਾ ਨਾਸ ਹੋਣ ਵਾਲੇ ਆਤਮਿਕ ਬਾਦਸ਼ਾਹੀ ਜਿਹੜੀ ਹੈ ਇਸ ਨੂੰ ਪ੍ਰਾਪਤ ਹੋ ਗਈ। ਭਗਤ ਜੀ ਬਖਸ਼ਿਸ਼ ਕਰਦੇ ਨੇ ਕਿ ਬਈ ਪਵਨ ਮਨ ਅਵਸਥਾ ਵਿੱਚ ਪ੍ਰਵਾਨ ਹੋਣ ਲਈ ਇਹ ਜਿਹੜੇ ਨੇ ਮਨ ਹੈ, ਮਨ ਨੂੰ ਕਾਬੂ ਕਰਨਾ ਅਤ ਲਾਜ਼ਮੀ ਹੈ। ਜੇ ਮਨ ਕਾਬੂ 'ਚ ਹੈ ਫਿਰ ਪੂਰਨ ਖਿੜਾਓ ਜੀਵਾਤਮਾ 'ਚ ਆ ਸਕਦਾ ਹੈ, ਫਿਰ ਆਤਮਾ ਸ੍ਰੇਸ਼ਟ ਅਵਸਥਾ ਵਿੱਚ ਪਹੁੰਚ ਸਕਦੀ ਹੈ। ਇਤਿਹਾਸ ਇਸ ਗੱਲ ਦੀ ਪੁਸ਼ਟੀ ਕਰਦਾ ਹੈ, ਉਗਾਈ ਭਰਦਾ ਹੈ ਕਿ ਜਿਹੜੀਆਂ ਆਤਮਾਵਾਂ ਜਿਨ੍ਹਾਂ ਨੇ ਪੂਰਨ ਖਿੜਾਓ ਵਿੱਚ ਜੀਵਨ ਬਤੀਤ ਕੀਤਾ ਹੈ, ਉਨਮਨ ਅਵਸਥਾ ਵੀ ਸਨ। ਉਹ ਭਾਈ ਤਾਰੂ ਸਿੰਘ ਵਰਗੀਆਂ ਸਨ, ਸੁਬੇਗ ਸਿੰਘ, ਸ਼ਾਬਾਸ਼ ਸਿੰਘ ਵਰਗੀਆਂ ਸਨ, ਭਾਈ ਮਨੀ ਸਿੰਘ ਜੀ ਵਰਗੀਆਂ ਸਨ, ਬਾਬਾ ਬੰਦਾ ਸਿੰਘ ਬਹਾਦਰ ਜੀ ਵਰਗੀਆਂ ਸਨ, ਜਿਨ੍ਹਾਂ ਨੇ ਜੀਵਨ ਜਿਉਂਦਿਆਂ ਰੱਬੀ ਰਹਿਮਤ ਪ੍ਰਾਪਤ ਕਰਕੇ ਜਦੋਂ ਸ਼ਹਾਦਤ ਦਾ ਜਾਮ ਵੀ ਪੀਤਾ, ਉਸ ਵਕਤ ਵੀ ਉਹਨਾਂ ਨੂੰ ਸਹਿਜ ਉਹਨਾਂ ਦਾ ਗਿਰਿਆ ਨਹੀਂ, ਉਹ ਡੋਲੇ ਨਹੀਂ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹੋ ਸਮਾਏ। ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ, ਚਿੱਤ ਵਿੱਚ ਉਹ ਨਿਰੰਤਰ ਉਹਨਾਂ ਦਾ ਜੀਵਨ ਬਤੀਤ ਹੋਇਆ ਹੈ। ਸੋ ਗੁਰੂ ਪਿਆਰ ਵਾਲਿਓ, ਪੂਰਨ ਖਿੜਾਓ ਦੀ ਜੋ ਅਵਸਥਾ ਹੈ ਉਸ ਵਿੱਚ ਮਨ ਜਿਹੜਾ ਹੈ ਉਹ ਕਿਸੇ ਵੇਲੇ ਵੀ ਡੋਲਦਾ ਨਹੀਂ ਤੇ ਸਰੀਰ ਨੂੰ ਡਰਾਉਣ ਦਾ ਲਾਭ ਵੀ ਕੋਈ ਨਹੀਂ। ਇਸੇ ਲਈ ਭਾਈ ਮਤੀ ਦਾਸ ਜੀ ਨੇ
ਜਲਾਦ ਨੂੰ ਇਹ ਗੱਲ ਕਹੀ ਸੀ ਕਿ ਬਈ ਤੂੰ ਆਰਾ ਬੇਸ਼ੱਕ ਚਲਾ, ਪਰ ਜਿਹੜੀ ਮੇਰੀ ਆਖਰੀ ਖੁਆਇਸ਼ ਹੈ ਕਿ ਮੇਰਾ ਮੁੱਖ ਗੁਰੂ ਵੱਲ ਹੋ ਜਾਏ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਨ ਮੇਰਤੀ ਮੇਰੀ। ਤੋ ਬਖਸ਼ਿਸ਼ ਕਰਕੇ ਇਹ ਜੋ ਅਵਸਥਾਵਾਂ ਨੇ ਇਹ ਉਹਨਾਂ ਮਨੁੱਖਾਂ ਨੂੰ ਪ੍ਰਾਪਤ ਹੁੰਦੀਆਂ ਨੇ ਜਿਨ੍ਹਾਂ ਦੇ ਅੰਦਰ ਪ੍ਰਭੂ ਪਰਮਾਤਮਾ ਦੀ ਇਬਾਦਤ ਸਿਫਤ ਸਲਾਹ ਦਾ ਜਿਹੜਾ ਇਹ ਰੱਬੀ ਰਹਿਮਤ ਦੁਆਰਾ ਬਖਸ਼ਿਆ ਖਜ਼ਾਨਾ ਜੋ ਹੈ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਤੋ ਰਹੋ ਦੇ ਬੋਲਾਂ 'ਚ ਇਸ ਅਵਸਥਾ ਦਾ ਵਰਣਨ ਕਰਕੇ ਇਹ ਗੱਲ ਭਗਤ ਕਬੀਰ ਜੀ ਨੇ ਸਾਡੀ ਝੋਲੀ 'ਚ ਪਾਈ ਹੈ। ਸਾਰਾ ਹੀ ਸ਼ਬਦ ਗੁਰੂ ਪਿਆਰ ਵਾਲਿਓ ਇਸੇ ਵਿਚਾਰ ਨੂੰ ਬੜੇ ਪਾਪੁਰ ਢੰਗ ਦੇ ਨਾਲ ਖੁੱਲਦਾ ਹੈ। ਆਓ ਸ਼ਬਦ ਦੀਆਂ ਜੋ ਬਾਕੀ ਪੰਕਤੀਆਂ ਨੇ ਉਹਨਾਂ ਨੂੰ ਸਮੇਂ ਦੀ ਸੀਮਾ 'ਚ ਰਹਿੰਦੇ ਹੋਏ ਵਿਚਾਰਨ ਦਾ ਯਤਨ ਕਰਦੇ ਹਾਂ। ਰਾਮਕਲੀ ਬਾਣੀ ਕਬੀਰ ਜੀ ਕੀ ਘਰ ਦੂਜਾ। ਭਗਤ ਕਬੀਰ ਜੀ ਦੀ ਬਾਣੀ ਰਾਮਕਲੀ ਰਾਗ ਦੇ ਅੰਦਰ ਹੈ ਤੇ ਭਗਤ ਜੀ ਨੇ ਬਖਸ਼ਿਸ਼ ਕਰਕੇ ਇਹ ਦੂਜੇ ਘਰ 'ਚ ਗਾਇਨ ਦੀ ਹਦਾਇਤ ਕੀਤੀ ਹੈ। ਆਰੰਭਕ ਬੋਲ ਨੇ ਬੰਦ 'ਚ ਬੰਧਨ ਪਾਇਆ, ਮੁਕਤ ਗੁਰ ਅਨਲ ਬੁਝਾਇਆ। ਜਿਹੜੇ ਮਾਇਆ ਦੇ ਬੰਧਨ ਨੇ ਇਹ ਬੰਧਨ ਕੱਟਣ ਵਾਲਾ ਉਹ ਪ੍ਰਭੂ ਪਰਮਾਤਮਾ ਗੁਰੂ ਹੈ। ਉਹ ਗੁਰੂ ਹੀ ਜੋ ਮੁਕਤੀ ਦਾ ਦਾਤਾ ਹੈ, ਉਹ ਇਹ ਬੰਧਨ ਕੱਟ ਸਕਦਾ ਹੈ। ਹੁਣ ਇਹ ਮਾਇਆ ਜਿਹੜੀ ਹੈ ਕਿ ਇਹ ਬੜੀ ਇੱਕ ਸਮਝਣ ਦਾ ਵਿਸ਼ਾ ਹੈ। ਬੜੇ ਸੁੰਦਰ ਢੰਗ ਦੇ ਨਾਲ ਇਹ ਗੱਲ ਸਮਝਾਈ ਗਈ ਵੀ ਮਾਇਆ ਕਿਸ ਨੂੰ ਆਖੀ ਹੈ ਕਿ ਮਾਇਆ ਕਰਮ ਕਮਾਏ, ਦੁੱਖ ਸਿੱਖ ਇਹ ਜਿਉ ਬਦ ਹੈ ਹੋਮੇ ਕਰਮ ਕਮਾਏ। ਤੇ ਜਦੋਂ ਫਿਰ ਮਨੁੱਖ ਤੇ ਮਾਇਆ ਸਵਾਰ ਹੋ ਜਾਏ ਫਿਰ ਉਹਦੀ ਚਾਲ ਬਦਲ ਜਾਂਦੀ ਹੈ। ਉਹ ਫਿਰ ਹਮ ਬੰਦੋ ਹਮ ਸਾਧੋ ਬੈਰ, ਹਮਰੀ ਭੂਮ ਕੌਣ ਕਾਲੇ ਪੈਰ, ਹਉ ਪੰਡਤ ਹਉ ਚਤੁਰ ਸਿਆਣਾ, ਕਰਨੇ ਹਾਰ ਨਾ ਬੁਝੈ ਬੇਗਾਨਾ। ਉਹ ਕਰਨਹਾਰ ਪ੍ਰਭੂ ਪਰਮਾਤਮਾ ਨੂੰ ਜਿਸ ਦਾ ਇਹ ਦਿੱਤਾ ਹੋਇਆ ਸੁੰਦਰ ਮਨੁੱਖਾ ਜਨਮ ਹੈ ਉਸ ਨੂੰ ਵਿਚਾਰ ਦਿੰਦਾ ਹੈ। ਉਹਦੇ ਅੰਦਰ ਬੜੀ ਜਿਹੜੀ ਜੀਵਨ ਜਿਉਂਦੇ ਆ ਉਹਦੇ ਅੰਦਰ ਬੜਾ ਠਨਕਾ ਹੁੰਦਾ ਹੈ ਜੀਵਨ ਦੇ ਅੰਦਰ। ਜਿਵੇਂ ਬੜੀ ਸੁੰਦਰ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੀ ਹੈ ਵੀ ਕੰਚਨ ਅਸ਼ੁੱਧ ਜੈਸੇ ਪਰਮਤ ਕੁਠਾਰੀ ਵਿਖੇ ਸ਼ੁੱਧ ਪੇ ਪਰਮਤ ਨਾ ਪਾਵਤ ਪ੍ਰਕਾਸ਼ ਹੈ। जैसे कर कंकन अनेक से प्रगट तुन, एक का एक टेक उन तुन को विनाश है। बई कंचन जड़ा है सोना जड़ा है जिनी देर अशुद्ध है ते जदों कोठाली च पाया जाता है वो फिर बड़े चक्कर कटदा है, पर जदों शुद्ध हो जाता है फिर वो रुक भी जाता है ते चमक भी उहदे च आ जाती है। दूसरी उदाहरण भाई साहब भाई गुरदास जी ने बख्शिश की है कि जिवें सोने दे गहने ने कड़े ने जिन्नी देर इन्हों आभूषण वा के पाउंदे आ ये बड़े टनकदे ने आवाज देंदे ने। जैसे कर कंकन अनेक से प्रगट तुन, बड़ियां तुना कढ़दे ने, पर जदों इन्हों मेल्ट करके इन्हां दी ढेली बना दिओ फिर एक है एक टेक उन तुन को विनाश है। ते आखिर च बख्शिश कर देन भी तैसे माया परमत परमत चतर कुंड धावे, गुरु उपदेश नेचल ग्रह पदवास है। इस तरीके दे नाल माया के अधीन भटकन वाला जो मनुख है सारी जिंदगी वो फिर रब्बी रहमत तो सखना रहिंदा है, वो परमात्मा की नेड़ता कदे भी प्राप्त नहीं कर सकता। तो जदों गुरु की सिक्ख्या लैंदा है, गुरु का उपदेश लैंदा है, फिर उहदे च स्टेबिलिटी आ जाती है, फिर ठहराव आ जाता है। तो फिर ठहराव जदों आ जाए फिर ਉਹਦਾ ਰਾਹ ਪ੍ਰਭੂ ਪਰਮਾਤਮਾ ਨਾਲ ਮਿਲਣ ਲਈ ਹਮਵਾਰ ਹੋ ਜਾਂਦਾ ਹੈ। ਫਿਰ ਉਨਮਨ ਅਵਸਥਾ ਵਿੱਚ ਆਉਣ ਦਾ ਰਾਹ ਪੱਧਰਾ ਹੋ ਜਾਂਦਾ ਹੈ। ਪਰ ਮਨੁੱਖ ਦੀ ਤਰਾਸਦੀ ਹੈ ਕਿ ਜਿਵੇਂ ਮਧੂਮੱਖੀ ਸਾਰੀ ਰਾਣੀ ਮੱਖੀ ਦੀ ਸਹਾਇਤਾ ਨਾਲ ਸ਼ਹਿਦ ਇਕੱਤਰ ਕਰਦੀ ਹੈ, ਕਿੰਨੇ ਚੱਕਰ ਲਗਾਉਂਦੀ ਹੈ, ਇੱਕ ਨਹੀਂ ਦੋ ਨਹੀਂ ਹਜ਼ਾਰਾਂ ਚੱਕਰ ਲਗਾ ਕੇ ਫਿਰ ਉਹ ਜਿਹੜਾ ਸ਼ਹਿਦ ਹੈ ਜਦੋਂ ਤਿਆਰ ਹੋ ਜਾਂਦਾ ਹੈ ਤੇ ਵਾਕਾਇਦਾ ਮਧੂਆਰਾ ਜਿਹੜਾ ਹੈ ਬੜੀ ਢੰਗ ਦੇ ਨਾਲ ਚਲਾਕੀ ਨਾਲ ਉਹਨਾਂ ਨੂੰ ਉਡਾ ਦਿੰਦਾ ਹੈ। ਬਸ ਇਸੇ ਤਰੀਕੇ ਦੇ ਨਾਲ ਉਦਾਹਰਨ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾਉਂਦੇ ਨੇ ਜਿਉ ਮਧਮਾਖੀ ਸੰਚ ਸੰਚ के एकत्र करे हरे मधुहार जैसे मुख छार डार के, जैसे बचेत गौ
संचित गए चीर ताए ले तहीर दूध बछड़े बेटार के। बई दुध जड़ा ਜਿਹੜੀ ਗਾਂ ਹੈ ਉਹਦਾ ਆਪਣੇ ਬੱਚੇ ਨਾਲ ਪਿਆਰ ਹੈ। ਜਦੋਂ ਬੱਚਾ ਉਹਦੇ ਥਣਾ ਨੂੰ ਮੂੰਹ ਮਾਰਦਾ ਹੈ, ਉਹ ਮੋਹਿਤ ਦੁੱਧ ਉਤਾਰਦੀ ਹੈ ਥਣਾ ਨੂੰ, ਪਰ ਜਿਹੜਾ ਦੁੱਧ ਲੈਣ ਵਾਲਾ ਹੈ ਬੜੀ ਚਲਾਕੀ ਨਾਲ ਉਹਨੂੰ ਬੰਨ ਦਿੰਦਾ ਹੈ ਦੂਰ, ਸਾਰਾ ਦੁੱਧ ਲੈ ਉਹਨੂੰ ਨਸੀਬ ਨਹੀਂ ਹੁੰਦਾ। ਤੇ ਤੀਸਰੀ ਉਦਾਹਰਨ ਦੇ ਅੰਦਰ ਵੀ ਜੈਸੇ ਧਰ ਖੋਦ ਖੋਦ ਕਰ ਬਿਲ ਸਾਜੇ ਮੂਸਾ ਪੈਸਤ ਸਰਬ ਤਹਾਂ ਖਾਏ ਤਾਹੇ ਮਾਰ ਕੇ। ਬਈ ਉਹ ਖੁੱਡ ਜਿਹੜਾ ਰਾਜ ਸਾਰੀ ਚੂਹਾ ਤਿਆਰ ਕਰਦਾ ਹੈ, ਪਰ ਜਿਹੜਾ ਸੱਪ ਹੈ ਉਸ ਤੇ ਕਬਜ਼ਾ ਕਰ ਲੈਂਦਾ, ਉਹਨੂੰ ਮਾਰ ਕੇ ਖਾ ਲੈਂਦਾ ਹੈ। ਇਸੇ ਤਰੀਕੇ ਦੇ ਨਾਲ ਅਨੇਕ ਪਾਪ ਕਰ ਮਾਇਆ ਜੋਰ ਜੋਰ ਮੋੜ ਅੰਤ ਕਾਲ ਛਾੜ ਚੱਲੇ ਦੋਇ ਕਰ ਚਾਰ ਕੇ। ਇਹ ਮਨੁੱਖ ਜਿਹੜਾ ਹੈ ਬੰਧਨਾਂ 'ਚ ਫਸਦਾ ਹੈ, ਐਸੇ ਬੰਧਨਾਂ 'ਚ ਫਸਦਾ ਹੈ ਕਿ ਇਸ ਦਾ ਜੀਵਨ ਜਿਹੜਾ ਹੈ ਸਾਰੀ ਜ਼ਿੰਦਗੀ ਮਾਇਆ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਹੁਣ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਬਈ ਇਹ ਜਿਹੜਾ ਬੰਧਨ ਸੀ, ਬੰਧਨ 'ਚ ਬੰਧਨ ਪਾਇਆ ਮੁਕਤ ਗੁਰ ਅਨਲ ਬੁਝਾਇਆ। ਭਗਤ ਜੀ ਕਹਿੰਦੇ ਵੀ ਬੰਧਨ ਪਾਉਣ ਵਾਲੀ ਜਿਹੜੀ ਮਾਇਆ ਹੈ, ਜੋ ਆਤਮਿਕ ਵਿਕਾਸ ਵਿੱਚ ਬਹੁਤ ਵੱਡਾ ਰੋੜਾ ਸੀ, ਇਹ ਮਾਇਆ ਤੋਂ ਮੁਕਤ ਗੁਰੂ ਨੇ ਇਹ ਰੋਕ ਪਾ ਦਿੱਤੀ, ਬੰਦ ਪਾ ਲਿਆ। ਤੇ ਫਿਰ ਜਿਸ ਦੇ ਪ੍ਰਤੀ ਕਰਮ ਵਜੋਂ ਹੋਇਆ ਕਿ ਬੰਧ 'ਚ ਬੰਧਨ ਪਾਇਆ ਮੁਕਤ ਹੈ ਗੁਰ ਅਨਲ ਬੁਝਾਇਆ। ਤੇ ਮੁਕਤੀ ਦੇਣ ਵਾਲਾ ਜੋ ਗੁਰੂ ਹੈ ਉਹਨੇ ਅਨਲ ਬੁਝਾਇਆ। ਤ੍ਰਿਸ਼ਨਾ ਜਿਹੜੀ ਹੈ, ਤ੍ਰਿਸ਼ਨਾਲੂ ਬਿਰਤੀ ਜਿਹੜੀ ਹੈ ਉਹ ਖਤਮ ਹੋ ਗਈ, ਅਨਲ ਬੁਝਾਇਆ। ਕਿਉਂਕਿ ਜਿੰਨੀ ਦੇਰ ਤ੍ਰਿਸ਼ਨਾਲੂ ਬਿਰਤੀ ਅਧੀਨ ਮਨੁੱਖ ਭਟਕਦਾ ਹੈ ਗੁਰੂ ਪਿਆਰ ਵਾਲਿਓ, ਉਨੀ ਦੇਰ ਸੰਤੋਖ ਤੋਂ ਮਹਿਰੂਮ ਹੈ। ਤ੍ਰਿਸ਼ਨਾ ਬੱਲੇ ਹੀ ਕੀ ਬੁਝੀ ਹੈ, ਕੋਟ ਜੋਰੇ लाख करोरे मन ना हो रे परे परे ही को लुझी है। हुण ये सारी जो जीवन दे ये कर्म ने, इन्हां तो बचाउण वाला कौन है? गुरु पातशाह कहंदे भी सतगुर सिख के बंधन काटै, गुर का सिख बेकार ते हटै। सतगुर सिख को नाम धन दे, गुर का सिख वडभागी है। वडभागी गुरु दा सिख है जेड़ा ये कामल मुर्शद जो गुरु है ओदी रहमत दा पात्र बनदा है। फिर मुक्त है गुर अनल बुझाया। साहिब बख्शिश करते ने भगत कबीर जी कि फिर वो बख्शिश करके ये तृष्णा दी जड़ी अग है ये बुझा दिंदा है। जे ना नहीं जिस दे मालक दी रहमो करम नहीं हुंदा ते वो फिर वड्डे वड्डे राजन अर पौमन ताकि तृष्ण ना बूझी लपट रहे माया संग माते लोचन कशु ना सुझी विख्या में किनगी तृप्त ना पाई। किसी नूं भी माया दे होंदियां तृप्ति नहीं मिली। जिवें ज्यों पावक ईंधन नहीं तरापै बिन हर कहाँ गाई। पावक अग जड़ी है कदे रजदी नहीं, जे ईंधन पाई जाओगे उन्हें पखना ही पखना है, वो रुक नहीं सकती। तो बड़ी सुंदर भाई साहब गुरु भाई मरदाना जी दी जीवन दे नाल टुकवी एक साखी है। कहंदे ने कि गुरु नानक पातशाह जी नाल 50 ਤੋਂ ਵੱਧ ਵਰਿਆਂ ਵਿੱਚ ਸਾਥੀ ਰਹਿਣ ਵਾਲੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਅਕਸਰ ਉਹ ਸਵਾਲ ਪੁੱਛਿਆ ਕਰਦੇ ਸਨ ਤੇ ਗੁਰੂ ਪਾਤਸ਼ਾਹ ਉਸ ਨੂੰ ਉੱਤਰ ਦੇ ਕੇ ਨਿਰੰਤਰ ਕਰਦੇ ਸਨ। ਭਾਈ ਮਰਦਾਨਾ ਨੇ ਕਿਹਾ, ਬਾਬਾ ਮੈਂ ਆਪ ਜੀ ਪਾਸੋਂ ਬੜਾ ਕੁਝ ਲਿਆ, ਬੜਾ ਕੁਝ ਪੁੱਛਿਆ, बड़े पदार्थ ले रहे, पर हुण मैं आप जी पासों एक आखिरी जो पदार्थ है वो मंग रहे हैं, आप बख्शिश करके इसकी मैनू दात बख्शिश करो। वो कि भाई मैनू तृप्ति दे दिओ। तो गुरु पातशाह साहिब श्री गुरु नानक देव जी महाराज ने कहा, मरदानिया ये तू असल जो संतोख की अवस्था है उहदे विच पहुंच गया है, तू धन हो गया है। आपके जिन्नी देर संतोख जीवन च नहीं आउंदा उन्नी देर तृप्ति नहीं होंदी, उन्नी देर संतोख, जिन्नी देर संतोख का तला टुटिया रहना है उन्नी देर मनुख जड़ा है सुभाविक तौर ते वो तृष्णालू बिरती अधीन भटकदा रहेगा, दूजियां नाल वधीकी करदा रहेगा। गुरु दे इन्हां बोलां नूं उन्हें कदे मन दे अंदर नहीं वसाना कि भाई हक पराया नानका उस सूअर उस गाए गुरपीर हामा ता परे जा मरदार ना खाए
छोटी जी साखी साझी करके अगे तुरदे आ। एक सम्राट है जो सारा कुछ दे पास वधीकियां करके रजवाड़ा सी, उसने सारा कुछ सोना चांदी एकत्र कर लिया, महात्मा पास पहुंचे है। ये मन के अंदर सवाल लैके कि महात्मा जी मैं सब कुछ प्राप्त करने दे समर्थ हाँ, पर जिहड़ी मेरा एक सवाल है उसका उत्तर दिओ कि मेरी तृप्ति नहीं हो रही। सब कुछ मेरे पास है पर तृप्ति नहीं हो रही। महात्मा सियाणा सी, उन्हें कहा ठीक है सवाल का उत्तर मिलेगा, पर शर्त यह है कि जिन्नी देर उत्तर ना मिले उन्नी देर तुसी बोलना नहीं। तो उसनू नाल लैके एक खूह के पास चले गए, रस्सी ते डोलू लैके पानी कढ़ने लई लमकाया। एक बार वाया, दो बार वाया, पानी नहीं खाली आंदा रहा क्योंकि वह तला है नहीं सी। हुण वो जिहड़ा राजा सम्राट सी उसने बोलने की कोशिश की। सम्राट नू महात्मा ने यह गल कही भी साडा जो तेरे नाल वायदा भी तू बोलना नहीं। तो उस सम्राट ने कहा भी हुण जिहड़ा प्रश्न पैदा होया ये पहले नालों भी वधीक है कि बई ये जिहड़ा तुसी जिन्नी बार मर्जी वाही जाओ, ये जिहड़ा तुहाडा ये पानी नहीं आ सकता क्योंकि इहदा तला टुटिया है। तो महात्मा ने उसनू उत्तर दिता बई बस ठीक इस तरीके दे नाल हे राजन तेरा भी संतोख दा तला टुटिया है, इस करके तेरा हिरदा रूपी ये जिहड़ा मन है ये कदे भरिया नहीं जा सकता क्योंकि संतोख तेरे अंदर नहीं, क्योंकि बिना संतोख नहीं को राजा है। तो ये गल दृढ़ करवाउंदी है कि जिन्नी देर तृष्णालु बिरती अधीन मनुख भटकदा है उन्नी देर रब्बी रहमत जीव नूं प्राप्त नहीं हो सकती। तो भगत जी यही गल इस पंक्ति द्वारा समझाते ने भी बंदच बंधन पाया मुक्ते गुर अनल बजाया, जब नाक्षिक मन चीना तब अंतर मज्जन कीना। भगत जी बख्शिश करते हैं बई जिन्नी देर नाक्षिक बई नौ तो लैके सिर दी चोटी तक मैं ये मन जिहड़ा है इसनू चीनिया है, इहदी पड़ताल की है। इसलिए गुरबानी वार वार कहती है कि जिन्नी देर मनुख अपनी सह पड़चोल नहीं करता उन्नी देर जीवन की असलीयत नहीं समझ सकेगा, बाहर भटकता रहेगा, वो तीर्थां ते भटकता रहेगा। पर जदों असलीयत समझ आ गई अपतन का जो करे विचार तिस नहीं जम कंकर करे खुआर, जब नाक्षिक ए मन चीना तब अंतर मज्जन कीना। भाई जदों सिर दी चोटी तक नौं तो लैके सिर दी चोटी तक भाव मन की असलीयत नूं मैं समझण दा यतन किया, फिर मैनू इस गल की समझ आ गई कि ये संसार विच मनुख जिहड़ा है जे मन काबू विच नहीं कुछ भी होने वाला नहीं। इस करके मैं फिर हुण अपने अंदरले तीरथ ते इशनान किया। अंतर मज्जन कीना, अगली पंक्ति रहो वाली सी जिसकी विचार कर चुके हैं। पवन पत उन मन रैल खरा नहीं मृत न जन्म जरा, इसकी विचार असी कर चुके हैं। असल च गुरु प्यार वालिओ मन नू काबू करने की गल है क्योंकि मम्मा मन स्यू काज है मन साधे सिद्ध होए, मन ही मन स्यू कह कबीरा मन सा मिलिया ना कोई। मन कदे माया नाल मिल के ये मन माया का रूप हो जाता है, कदे इसकी ऐसी अवस्था है जे हरी नाल मिलता है हरी का रूप हो जाता है, ते जे ये शरीर नाल मिलता है फिर ये शरीर का रूप हो जाता है। फिर ये अपने कर्तव्य केवल खाओ पियो ते ऐश करो, भाई अपने कर्तव्य खाना पीना तक ही महदूद रखता है। ते जदों ये मन वासवी च आ जाए फिर पूर्ण खड़ावी टिकता है, ते जदों पूर्ण खड़ावी टिक गया फिर ये सर्वशक्तिमान प्रभु दी गल्लां करदा है। इसलिए बानी बख्शिश कर दी है ए मन शक्ति ए मन सियो ए मन पंच तत्व को जियो, ए मन ले जो उन मन रहे तो तीन लोक की बातें कहे। गुरु अमरदास जी महाराज जी दे भी गोड़ी ग्वारेरी दे अंदर बड़े सुंदर बोल ने कि जिन्नी देर गुरमुख करनी कार कमावे ता इस मन की सोजी पावे।
ਵੀ ਜਦੋਂ ਮਨੁੱਖ ਜਿਹੜਾ ਹੈ ਗੁਰੂ ਦੇ ਸਨਮੁਖ ਰਹਿਣ ਵਾਲੇ ਜੋ ਮਨੁੱਖਾਂ ਵਾਲਾ ਆਚਰਣ ਬਣਾਉਂਦਾ ਹੈ, ਫਿਰ ਇਸ ਦੇ ਮਨ ਦਾ ਸੁਭਾਅ ਜਿਹੜਾ ਹੈ ਬਦਲ ਜਾਂਦਾ ਹੈ। ਫਿਰ ਇਹਦੀ ਅਵਸਥਾ ਐਸੀ ਬਣ ਜਾਏਗੀ ਵੀ ਪਵਨ ਪਤ ਉਨਮਨ ਰਹਿਣ ਖਰਾ। ਫਿਰ ਉਸ ਵਕਤ ਇਹ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਦੁਆਰਾ ਐਸੀ ਅਵਸਥਾ ਦਾ ਧਾਰਨੀ ਬਣ ਜਾਂਦਾ ਹੈ ਕਿ ਜਿੱਥੇ ਮਨੁੱਖ ਪਹੁੰਚ ਕੇ ਫਿਰ ਉਸ ਮਾਲਿਕ ਪ੍ਰਭੂ ਦੇ ਦਰ ਤੇ ਪ੍ਰਵਾਨਿਆ ਜਾ ਸਕਦਾ ਹੈ। ਰਹਾਓ ਇਸ ਪੰਕਤੀ ਦੀ ਵਿਚਾਰ ਕਰ ਚੁੱਕੇ ਹਾਂ। ਰਹੋ ਵਾਲੇ ਬੰਦੀ ਉਲਟੀ ਲੈ ਸਕਤ ਸਹਾਰੰਗ ਪੈਸੀ ਲੈ ਗਗਨ ਮੁਜਾਰੰਗ बेदी अले चक्कर पोयंगा पेटी अले रायल संगा। भगत जी समझा रहे हैं कि भाई हुण जिहड़ा उल्टी ले भाई जिहड़ा माया वाला सहारा सी, ये जिहड़ा मेरा हिरदे रूपी कमल सी उल्टा पिया सी, मुंदा पिया सी, ये माया दे सहारे अधीन मुंदा सी। और हुण जदों उल्टी रहे ये उल्टा हो गया, ये सीधा हो गया। फिर पैसी ले गगन मुजारन हुण इन्हें प्रभु चरणा विच उच्ची उडारी लैके चुब्भी ला लई, ऐसी जगह चुब्भी ला लई कि फिर वो जड़ियां भुजंगम वर्गियां वो जड़ियां भुजंगम नाड़ी दी तरह टेढ़ियां चालां चलन वाला सी। ये टेढ़ी चाल जड़ी सी इहदी हुण सिद्धी हो गई। बड़ी बख्शिश करदे ने भगत जी। उल्टी ले सकत सहारंग भाई जड़ा माया दा सहारा है वो उल्टा सीधा हो गया। हुण माया दा सहारा मैं नहीं लेंदा, क्योंकि मैनू समझ आ गई कि माया नाम गर्भ जोन का ते तज दर्शन पावो। मैनू इस गल दी समझ आ गई भी माया ममता मोनी जिन विन दंता जग खाया। ते फिर हुण जदों ये उंदा पिया कवल सीधा हो गया ते फिर मेरा मन प्रभु परमात्मा दे चरणां विच विज गया। बेदी अले चक्कर पोयंगा पेटी अले रायन संगा। भाई ये टेढ़ी चाल चलन वाला जो मन सी मेरा मन हुण प्रभु चरणा दा सहारा ले लिया इन्हें। हुण इन्हें ओरा जड़ा टेढ़ी चाल चलन वाला सी वो छड़ता, क्योंकि नसंग होके हुण मैं प्रभु परमात्मा दी बंदगी विच जीवन दा जो सफर है वो गुजारन लई मेरा चुन लिया है। बड़ी सुंदर बख्शिश करदे ने भगत कबीर जी, बख्शिश करदे ने। माया खोटी रास है एक चसा में पाज ले जाए। भाई माया खोटी रास सी जिस करके मन टेढ़ियां चालां चलदा सी, पर एक खिन विच जे ये पाज ले जाए, असलियत समझ आ जाए, तो फिर बख्शिश मालिक दी ऐसी हुंदी है कि मनुख जिहड़ा रब्बी रहमत प्राप्त करन दे राह ते तुर पैंदा है। फिर परमात्मा आप उसनूं जीवन जीवन दी जो शैली है वो बख्शिश करदा है। तो अगली पंक्ति विच साहिब समझा रहे ने भगत कबीर जी। चूकी अले मोह में आसा सच कीनो सूर गिरासा। बख्शिश करके भगत कबीर जी एक एक पंक्ति द्वारा जीवन की जो असलियत है वो दृढ़ करवा रहे हैं कि भाई मेरिया जो मोह भरियां आसां सन वो हुण मुक गईयां, क्योंकि मेरी अंदर जड़ी तपश सी जियो तपत है बारो बार तप तप खपै बहुत बेकार जह तन बाणी विसर जाए जू पक्का रोगी बिल लाए। भाई ये तपश करके मैं विरलाप करदा सा, पर हुण जिहड़ी मेरी ये मोह मैं आसा ये माया दी जड़ियां आसां सन ये मुक गईयां। क्योंकि क्यों मुकियां? क्योंकि मेरे अंदर वो अणखत बाजा जड़ा है बीन जड़ी है वजना शुरू हो गई। रहंत जन्मंग हर दर्श लीना भजंत नानक शब्द बिना। प्रभु दे दीदार जदों मैं मस्त हो गया, फिर जन्म मरण मुक गया, तो फिर अंदर प्रभु परमात्मा की सिफ सलाह का जड़ा वाजा है ये वजना आरंभ हो जाता है। चूकी अले मोह में आसा सच किनो सूर गिरासा। ते मेरी जड़ी तपश है ये चंद्रमा वर्गी
ठंडक विच बदल गई, क्योंकि प्रभु परमात्मा की बंदगी का राह ही ठंडक देने वाला है। तो फिर ऐसी अवस्था मेरी बन गई कि जीवन सवर गया। रब्बी रहमत प्राप्त करने लई छाती शीतल मन सुखी छंद गोबिंद गुण गाए, ऐसी कृपा करो प्रभ नानक दास दसाए। ऐसी अवस्था का मैं धारनी जदों बन गया तो फिर मेरे जीवन के अंदर परिवर्तन की आया। बख्शिश करते ने गुरबानी द्वारा गुरु साहब दे होर बोल, संतो मन पवणै सुख बनया किछ जोग प्राप्त गणया, मूंद लिए गुर दिखलाई मोरी जित मिर्ग परत पड़त हैं चोरी, मूंद लिए दरवाजे वाजी अले अनहद वाजे। बड़े सुंदर बख्शिश करके गुरु साहब बख्शिश करते हैं भी मेरे पौन वर्गे चंचल मन नूं हुण सुख मिल गया। दूजे शब्दां च कह लीए कि हुण ये मन जिहड़ा है प्रभु दा मिलाप हासिल करन जोगा हो गया। क्यों? क्योंकि वाहिगुरु ने मैनू वो जिहड़ी मोरी सी कमजोरी वाली, जिथों एक 5 कामादक जिहड़े सन मेरी उन्मन अवस्था विच विघन पा रहे सन, वो जिहड़ी अवस्था नूं खराब करन वाले रोड़ा सन मेरे जीवन च, वो जिहड़ा सुराख सी वो मैनू ओदी समझ आ गई। क्योंकि वाहिगुरु ने एक कमजोरी विखा दी जिस करके कामादक पशु अडोली मैनू आके दबाते सन। ते हुण उस मालिक दी मेहर नाल मैं शरीर दे दरवाजे जिहड़े सन, ज्ञान इंद्रे जिहड़े सन, जिहड़े निंदिया करते सन, पर निंदा करन वाले, जिहड़े पराया धन चोरी करन वाले, दूजियां नाल बुरा करन वाले, वधीकी करन वाले, ये सारे दरवाजे मूंद लिए दरवाजे। ते मेरे अंदर प्रभु दे सिफ सलाह दे फिर वाजे जिहड़े ने ये एक रस वज रहे ने। पहले जिहड़ा विकारां दा मैं पानी भरिया सी, वो हुण पानी में डोल दिता है। कुंभ कमल जल भरिया जल मेटिया उबा करया, कहो कबीर जन जानिया जो जानिया तो मन मानिया। कोई पहले ही जिहड़ा घड़ा सी मेरा ये विकारां नाल लथपथ सी, ये मैं ऊंधा कर दिता, इसनूं मैं डोल दिता ते हिरदे नूं मैं उच्चा कर दिता। हुण मैं प्रभु नाल जान पछाण पा लई। जदों सांझ पाई फिर मेरा मन जिहड़ा है प्रभु दी बंदगी विच गिज गया। आखिरी बोलां च बख्शिश करदे ने भगत कबीर जी, भगत है बख्श शब्द सुनाया सुनता सुन मन बसाया, कर करता उतरस पारंग कह कबीरा सारंग। भक्त है बख्श शब्द सुनाया, भाई उपदेश करने वाला जो गुरु है, जिसदी बाणी तुरकी बाणी आई तिन सगली छिंत मिटाई। वो उपदेश करने वाला जिहड़ा गुरु है, सतगुरु है, उसने ऐसा अपना शब्द का मंत्र दिता कि जिसने उसनू गो नाल सुनिया। भगत है बख्श शब्द सुनाया सुनता है सुन मन वसाया। भाई केवल सुनिया नहीं, मन विच वसाया ते अमलां ते आधारित जीवन जीवन दी जुगती सिख लई। गुरु दे बोल हिरदे विच प्रवेश करके भी अमल सिराणो लेखा देना, आए कठन जो दूत जम लेना। ये फिर सुनता है सुन मन वसाया। फिर मैनू इस गल की समझ आई भी सुनिया सिद्ध पीर सुरनाथ अकाल पुरख के चरणों भी सुरत जोड़न नाल फिर गुरु का शब्द जो है ਉਹਦੇ प्रतिक्रम वजों जीवन के अंदर वो रंग चढ़ता है, जिसका जिक्र भाई साहब भाई नंदलाल जी करते हैं भी तरज यकरंगी अजब रंगारदश कज बदन नूरे खुदाए मी वारदश। जो प्रभु परमात्मा की प्रेमा भगती का रंग चढ़ता है फिर ऐसा रंग की वरखा होती है कि फिर सुध की ना सुध रही बुद्ध की ना बुध रही। फिर मनुख के जीवन च ऐसा बदलाव आता है कि कबीर तू तू करता तू हुआ मुझ में रहा ना हूं, जब व्यापा पर का मिट गया जत देखो तत तू। तो बख्शिश करके भगत जी आखिरी बोलना द्वारा समझा रहे हैं भी जदों उपदेश मालिक
प्रभु की बख्शिश द्वारा सतगुरु ने दिता। भक्त बख्श शब्द सुनाया, सुनता सुन मन बसाया। ते सुनने वाले ने केवल ਕੰਨ ਰਸ ਵਜੋਂ नहीं सुनिया, सगों एकाग्रचित होके मन विच वसाया ते अमलों ते आधारित जीवन जीवन का राह चुनने ਲਈ गुरु के दर ते अरदास की कि वाहिगुरु जी बख्शिश करो। दंडोत बंधन अनेक बार, सर्व कला समृत डोलन ते रखो प्रभु नानक दे कर हथ। तदों प्रभु का सिमरन जड़ा है उसने उसनों पार कर दिता। कर करता उतरस पारंग, कह कबीरा सारंग। हुण भगत कबीर जी कहते भाई यही जिंदगी का सार है। कह कबीरा सारंग, यही जिंदगी का असल सार है, जिसकी बख्शिश द्वारा ये जड़ी अवस्था है पवन पथ उन्मन रहन खरा वाली अवस्था आपके जीवात्मा पूर्ण खड़ाव विच टिकी रहे। ते फिर जिस मकसद लई मनुखा जन्म सानू प्राप्त होया है वो मकसद की पूर्ति करके रब्बी रहमत हासिल करके प्रभु परमात्मा के दर ते मकबूलियत हासिल कर सकिए। उहदे लई गुरु प्यार वालियो गुरु पातशाह बख्शिश करन, जीवन की ये नैया जिहड़ी है साड़ी पार हो जाए। उहदे लई केवल भाई गुरदास दे इन्हां बोलां नूं पल्ले बन्नीए कि बेड़ा बन्नण की लोड़ है ते उस ते सवार होने की लोड़ है। बोझ प्रवेश पे निरपय होए पारगामी, बोझ प्रवेश पे निरपय होए पारगामी, बोझ समीप बूढ़ मरता पागे हैं। बेड़ा बन्नीए, पर बन्नीए भी उस वक्त जिसले बेड़ा बन्नण दा समय। बेड़ा बंध न सकियो बंधन की वेला, पार सरवर जब उछले तब तरन दोहेला। गुरु पातशाह बख्शिश करन ये जड़ी बेड़ी है जीवन की, जिस करके असी संसार च आए हां। समय सिर बन के प्रभु परमात्मा के दर ते अरदास करिए कि दर मादे ठाडे दरबार खुद विन सुरत करे, वो मेरी दर्शन दीजै खुल के वार। गुरु प्यार वालियो इन्नियां विचारां प्रवान करनियां बानी अगाध बोध है। विचार करदे हां सुते सिद्ध अनगिनत पुलना हो जाया करदियां। सत्संगत ते अकाल पुरख वाहिगुरू बख्शण हारे बख्शणाना जी फतेह नाल सांझ करो। वाहिगुरू जी का खालसा वाहिगुरू जी की फतेह।